ਇਤਿਹਾਸ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਸੀ, ਜਿਹਦੇ ਵਿੱਚ ਅਕਾਲੀਆਂ ਨੇ ਕਾਫੀ ਜ਼ਿਆਦਾ ਤਲਖ ਕਲਾਮੀ ਕੀਤੀ ਸੀ। ਉਹਦੇ ਵਿੱਚ ਕਾਂਗਰਸ ਦਾ ਵੀ ਮੁੜ ਬਿਆਨ ਆਇਆ ਸੀ ਕਿ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਹੈ ਸਿਲੇਬਸ ਦੇ ਨਾਲ, SCRT ਦੇ ਸਿਲੇਬਸ ਦੇ ਨਾਲ। ਹਾਲਾਂਕਿ ਇੱਕ ਚੈਪਟਰ ਜੋ ਹੈ, ਇੱਕ ਜੋ ਪਾਠਕ੍ਰਮ ਦੇ ਵਿੱਚ ਚੈਪਟਰ ਵਧਾ ਦਿੱਤਾ ਗਿਆ ਹੈ ਸਾਹਿਬਜ਼ਾਦਿਆਂ ਦੇ ਵਾਸਤੇ। ਤੇ ਹੁਣ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ SGPC ਪ੍ਰਧਾਨ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਤੁਹਾਡਾ ਵਿਚਾਰ ਹੈ, ਕੀ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ, ਤਾਂ ਉਹ ਕਾਂਗਰਸ ਦੇ ਉੱਤੇ ਬਹੁਤ ਹੀ ਜ਼ਿਆਦਾ ਤਿੱਖੀ ਪ੍ਰਤੀਕਿਰਿਆ ਦਿੰਦੇ ਹਨ। ਪਰ ਜਦੋਂ ਉਹੀ ਸਵਾਲ RSS ਦੇ ਕੰਟੈਕਸਟ ਦੇ ਵਿੱਚ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਸਿੱਖ ਇਤਿਹਾਸ ਦੇ ਨਾਲ ਨੈਸ਼ਨਲ ਲੈਵਲ ਤੇ RSS ਵੀ ਪਾਠਕ੍ਰਮ ਦੇ ਵਿੱਚ ਛੇੜਛਾੜ ਕਰ ਰਹੀ ਹੈ, ਤਾਂ ਉੱਥੇ ਉਹ ਟੋਟਲੀ ਪੱਲਾ ਝਾੜ ਲੈਂਦੇ ਨੇ ਤੇ ਉੱਥੇ ਕਹਿ ਦਿੰਦੇ ਨੇ ਮੇਰਾ ਇਸ ਚੀਜ਼ ਦੇ ਬਾਰੇ ਕੋਈ ਵੀ ਕਹਿਣਾ ਨਹੀਂ ਹੈ। ਤੇ ਦੇਸਰਾਜ ਕਾਲੀ ਜੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਤਰੀਕੇ ਦੀ ਹਿਪੋਕ੍ਰੇਸੀ ਹੈ, ਇੱਕ ਤਰੀਕੇ ਦਾ ਡਬਲ ਫੇਸਟਡ ਹੋਣਾ ਹੈ ਕਿ ਇੱਕ ਪਾਸੇ ਤੁਸੀਂ ਕਾਂਗਰਸ ਨੂੰ ਭੰਡਦੇ ਹੋ ਤੇ ਦੂਸਰੇ ਪਾਸੇ RSS ਦੇ ਜਦੋਂ ਉਹੀ ਆਰੋਪ ਲਗਾਏ ਜਾਂਦੇ ਨੇ ਤਾਂ ਫਿਰ ਉੱਥੇ ਤੁਸੀਂ ਟੋਟਲੀ ਮੁੱਕਰ ਜਾਂਦੇ ਹੋ, ਕਹਿ ਦਿੰਦੇ ਹੋ ਕਿ ਮੇਰਾ ਕੋਈ ਵੀ ਵਿਚਾਰ ਨਹੀਂ ਹੈ ਇਹਦੇ ਬਾਰੇ? ਦੇਖੋ, ਸਾਫ਼ ਹੀ ਗੱਲਾਂ ਨੇ ਸਪਰਾ ਜੀ। ਇਸ ਮਾਮਲੇ ਦੇ ਵਿੱਚ ਸਾਫ਼ ਸੰਘ ਦੀ ਪੋਲੀਟੀਕਲ ਵਿੰਗ ਹੈ ਭਾਜਪਾ ਨਾਲ ਕੋਲੀਸ਼ਨ, ਸਰਕਾਰ 'ਚ ਕੋਲੀਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਦੀ। ਜਦੋਂ SGPC ਪ੍ਰਧਾਨ ਲਾਉਣਾ ਹੈ ਤਾਂ ਪਰਚੀ ਭੇਜਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਸੋ ਉਹ ਡਿਪੈਂਡ ਕਰਦਾ ਹੈ ਪ੍ਰਧਾਨ ਕਿਹੜਾ ਲਾਉਣਾ ਹੈ। ਤੇ ਜੇ ਅਕਾਲੀ ਦਲ ਦੇ ਪ੍ਰਧਾਨ ਨੇ ਪਰਚੀ ਭੇਜਣੀ ਹੈ ਤਾਂ SGPC ਦਾ ਜਿਹੜਾ ਪ੍ਰਧਾਨ ਲਾਉਣਾ ਹੈ ਉਹ ਆਪਣੀ ਸੋਚ ਤੋਂ ਬਾਹਰ ਆ, ਉਹ ਕਿਉਂ ਲਾਉਣਗੇ? ਜਾਂ ਉਹਨੂੰ ਉਹ ਜੋ ਕਹਿਣਗੇ ਉਹੀ ਬੋਲੂ, ਉਹੀ ਕਰੂ। ਉਹਨਾਂ ਦੀ ਸਾਂਝ ਉੱਥੇ ਹੈ ਜਿੱਥੇ RSS ਦੀ ਆਈਡੀਓਲੋਜੀ ਵਾਲੀ ਸਰਕਾਰ ਹੈ। ਹੁਣ ਸਾਰਾ ਜੱਗ ਜਾਣਦਾ ਹੈ ਕਿ ਸਿੱਖ ਹਿਸਟਰੀ ਦੀ ਡਿਸਟੋਰਸ਼ਨ ਜਿਹੜੀ ਆ ਉਹ ਬੁਰੀ ਤਰ੍ਹਾਂ ਨਾਲ ਸੰਘ ਵੱਲੋਂ ਕੀਤੀ ਜਾ ਰਹੀ ਹੈ, ਬੁਰੀ ਤਰ੍ਹਾਂ ਦੇ ਨਾਲ। ਉਹਨਾਂ ਦਾ ਪਥਿਕ ਸੰਦੇਸ਼ ਪੜ੍ਹ ਲਓ, ਉਹਨਾਂ ਦਾ ਕੋਈ ਮੈਗਜ਼ੀਨ ਪੜ੍ਹ ਲਓ, ਉਹਨਾਂ ਦਾ ਜੋ ਵੀ ਹੈ, ਔਰ ਉਹ ਵੱਡੀ ਗਿਣਤੀ 'ਚ ਛਾਪਦੇ ਨੇ। ਔਰ ਕਿਤਾਬਾਂ ਦੇ ਰੂਪ ਦੇ ਵਿੱਚ ਉਹਨਾਂ ਦੇ ਡੇਰਿਆਂ ਵੱਲੋਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਸਿੱਖ ਫਿਲਾਸਫੀ ਤੇ ਸਿੱਖ ਸਾਖੀਆਂ ਨੂੰ ਲੈ ਕੇ। ਉਹਨਾਂ ਨੇ ਜਿਸ ਤਰੀਕੇ ਦਾ ਡਿਸਟੋਰਸ਼ਨ ਕੀਤੀ ਹੈ ਉਹ ਸ਼ਰੇਆਮ ਤੁਹਾਨੂੰ ਕਿਤਾਬਾਂ ਮਿਲਦੀਆਂ ਨੇ। ਪਰ ਤੁਸੀਂ ਨਾ ਤਾਂ SGPC ਦਾ ਕੋਈ ਇਸ ਤਰੀਕੇ ਦਾ ਬਿਆਨ ਜਾਂ ਕਾਰਵਾਈ ਦੇਖੋਗੇ ਉਹਨਾਂ ਦੇ ਖਿਲਾਫ, ਨਾ ਸ਼੍ਰੋਮਣੀ ਅਕਾਲੀ ਦਲ ਦੀ। ਸਾਫ਼ ਜਿਹੜੇ ਤੁਹਾਨੂੰ ਭਰਾਤਰੀ ਬੰਧਪ ਭਰਾਤਾ ਵਾਲੇ ਸੰਬੰਧ ਨੇ ਜਿਹੜੇ ਉਹਨਾਂ ਦੇ, ਉਹ ਤੁਹਾਨੂੰ ਸਾਫ਼ ਤੇ ਸਪਸ਼ਟ ਦਿਖਾਈ ਦੇ ਜਾਣਗੇ। ਔਰ ਉਹਦੇ ਪਿੱਛੇ ਮਨਸ਼ਾ ਵੀ ਸਾਫ਼ ਤੇ ਸਪਸ਼ਟ ਦਿਖਾਈ ਦੇ ਦੇਗਾ। ਪਰ ਜੇ ਕਾਂਗਰਸ ਨੇ, ਹਾਲਾਂਕਿ ਪਹਿਲਾਂ ਕਾਂਗਰਸ ਮੁੱਕਰਦੀ ਸੀ ਇਸ ਗੱਲ ਤੋਂ, ਪਰ ਹੁਣ ਪੰਜਾਬ ਸਰਕਾਰ ਨੇ ਇਸ ਗੱਲ ਦੀ ਮਾਫੀ ਮੰਗੀ ਆ ਕਿ ਅਸੀਂ ਜੋ ਸੰਬੰਧਿਤ ਚੈਪਟਰਾਂ ਦੇ ਵਿੱਚ ਬਾਦ ਘਾਟ ਹੋਈ ਆ, ਅਸੀਂ ਉਹਦੇ ਵਾਸਤੇ ਮੁਆਫੀ ਮੰਗਦੇ ਹਾਂ। ਕਿਉਂਕਿ ਇਹਨਾਂ ਨੇ ਉਹਨਾਂ ਨੂੰ ਧਰਮ ਨਾਲ ਜੋੜ ਕੇ ਮੋਹਰਿਓ ਘੇਰ ਲਿਆ ਸੀ। ਚਲੋ ਧਰਮ ਨਾਲ ਜੋੜ ਕੇ ਵੀ ਘੇਰਿਆ, ਮੈਂ ਕਹਿੰਦਾ ਠੀਕ ਹੈ, ਇਹਨਾਂ ਦਾ ਡਿਊਟੀ ਬਣਦੀ ਸੀ, ਇਹਨਾਂ ਨੇ ਘੇਰਿਆ, ਇਟਸ ਗੁੱਡ, ਵਧੀਆ ਕੀਤਾ। ਇਹ ਉਹ ਤਬਦੀਲੀਆਂ ਠੀਕ ਹੋ ਜਾਣਗੀਆਂ। ਹਿਸਟੋਰੀਕਲੀ ਬੱਚਿਆਂ ਨੂੰ ਗਲਤ ਪੜ੍ਹਾਉਣ ਦੀ ਬਜਾਏ ਸਹੀ ਪੜ੍ਹਾਇਆ ਜਾਣਾ ਚਾਹੀਦਾ ਆ। ਉਹ ਠੀਕ ਹੋ ਗਿਆ, ਸਰਕਾਰ ਮੰਨ ਗਈ, ਮੁਆਫੀ ਵੀ ਮੰਗ ਲਈ। ਪਰ ਭਾਈ ਜਿਸ ਲੈਵਲ ਤੇ ਉਹ ਕਲਚਰਲ ਪੱਧਰ ਤੇ, ਸੋਸ਼ਲ ਪੱਧਰ ਤੇ ਪੈਨੀਟ੍ਰੇਟ ਕਰ ਜਾਂਦੇ ਨੇ ਥੱਲੇ ਤੱਕ, ਉਹ ਤਾਂ ਐਜੂਕੇਸ਼ਨ ਸਿਸਟਮ ਤੋਂ ਵੀ ਵੱਧ ਪ੍ਰਭਾਵਸ਼ਾਲੀ ਨੇ। ਤੁਸੀਂ ਹੈਰਾਨ ਮੰਨੋਗੇ, ਸਾਨੂੰ ਇੱਕ ਦੇਖਣ ਨੂੰ ਮਿਲਿਆ ਕਿ 125ਵੀਂ ਜਯੰਤੀ ਜਿਹੜੀ ਡਾਕਟਰ BR ਅੰਬੇਡਕਰ ਦੀ ਮਨਾਈ ਆ, ਯਾਰ ਅੱਗੇ ਤਾਂ ਕਦੀ ਕਿਸੇ ਨੇ ਮਨਾਈ ਹੀ ਨਹੀਂ। ਉਹ ਤਾਂ ਮਨਾਈ BJP ਦੀ ਕੇਂਦਰ ਸਰਕਾਰ ਨੇ ਆ, ਇਸ ਲੈਵਲ ਤੇ ਮਨਾਈ ਆ। ਪਰ ਜਦੋਂ ਤੁਸੀਂ ਸਿਧਾਂਤਕ ਤੌਰ ਤੇ ਦੇਖਦੇ ਆ ਨਾ, ਵਿਹਾਰਕ ਤੌਰ ਤੇ ਦੇਖਦੇ ਆ, ਤਾਂ ਉਹਨਾਂ ਦੇ ਪੰਚ ਜੰਨੇ ਔਰ ਆਰਗੇਨਾਈਜ਼ਰ ਮੈਗਜ਼ੀਨ ਉਹਨਾਂ ਨੇ ਵਿਸ਼ੇਸ਼ ਅੰਕ ਕੱਢੇ ਨੇ। ਅੰਬੇਡਕਰ ਦਾ ਚਿਹਰਾ ਹਿੰਦੂ ਰਾਸ਼ਟਰਵਾਦੀ ਬਣਾ ਕੇ ਪੇਸ਼ ਕਰਤਾ, ਵਿਦਆਊਟ ਐਨੀ ਰੈਫਰੈਂਸ, ਕੋਈ ਰੈਫਰੈਂਸ ਨਹੀਂ ਦਿੰਦੇ, ਹਵਾ 'ਚ ਧੀਰ ਮਾਰੇ ਹੋਏ ਨੇ। ਔਰ ਇਹਨਾਂ ਬੁਰੀ ਤਰ੍ਹਾਂ ਡਿਸਟੋਰਟ ਕੀਤਾ ਅੰਬੇਡਕਰ ਦੀ ਜੀਵਨੀ ਔਰ ਉਹਦੇ ਫਲਸਫੇ ਨੂੰ, ਉਹਦੀ ਲੜਾਈ ਨੂੰ, ਉਹਦੇ ਸੰਘਰਸ਼ ਨੂੰ। ਹੁਣ ਉਹ ਲੱਖਾਂ ਦੀ ਗਿਣਤੀ 'ਚ ਵਿਦਿਆਰਥੀਆਂ ਦੇ ਕੋਲ ਗੱਲ ਪਹੁੰਚ ਗਈ, ਉਹਨੇ ਉਹ ਪੜ੍ਹ ਲਈ, ਉਹ ਤਾਂ ਪ੍ਰਭਾਵਿਤ ਹੋਣਗੇ ਭਾਈ। ਔਰ ਇੱਧਰ ਦਲਿਤਾਂ ਨੂੰ ਇੱਕ ਭੁਲੇਖਾ ਪਾਤਾ ਕਿ ਦੇਖੋ ਕੇਂਦਰ ਸਰਕਾਰ ਨੇ ਡਾਕਟਰ BR ਅੰਬੇਡਕਰ ਦੀ 125ਵੀਂ ਜਯੰਤੀ ਦੀ ਜਿਹੜੀ ਸੈਲੀਬ੍ਰੇਸ਼ਨ ਆ, ਉਹ ਐਪ ਜਾਰੀ ਕਰ ਦਿੱਤਾ, ਉਹ ਸਿੱਕੇ ਜਾਰੀ ਹੋ ਗਏ, ਉਹ ਟਿਕਟਾਂ ਜਾਰੀ ਹੋ ਗਈਆਂ, ਉਹ ਵੱਡੇ ਵੱਡੇ ਸਮਾਗਮ ਹੋ ਗਏ, UNO 'ਚ ਚਲੇ ਗਏ, ਇੰਗਲੈਂਡ ਦੀ ਪਾਰਲੀਮੈਂਟ 'ਚ ਸਮਾਗਮ ਹੋ ਗਏ, ਅਮਰੀਕਾ 'ਚ ਸਮਾਗਮ ਹੋ ਗਏ, ਦੂਰ ਦੂਰ ਤੱਕ ਸਮਾਗਮ ਹੋ ਗਏ। ਪਰ ਉਹ ਸਮਾਗਮ ਕੀ ਸੀਗੇ?
ਹਿਸਟਰੀ ਦੀ ਡਿਸਟੋਰਸ਼ਨ, ਬੁਰੀ ਤਰ੍ਹਾਂ ਦੇ ਨਾਲ ਡਿਸਟੋਰਟ ਕੀਤੀ ਗਈ ਹਿਸਟਰੀ ਉਹਨਾਂ ਦੀ, ਕਿਤਾਬਾਂ ਛਾਪ ਦਿੱਤੀਆਂ, ਵੀਡੀਓਜ਼ ਰਿਲੀਜ਼ ਕਰ ਦਿੱਤੀਆਂ। ਸੋ ਸਿੱਖ ਹਿਸਟਰੀ ਦੀ ਡਿਸਟੋਰਸ਼ਨ ਬਾਏ RSS। ਜਦੋਂ ਕੋਈ ਜਰਨਲਿਸਟ SGPC ਪ੍ਰਧਾਨ ਨੂੰ ਸਵਾਲ ਕਰ ਰਿਹਾ ਹੈ ਕਿ ਤੁਸੀਂ ਜੇ ਹਿਸਟਰੀ ਦੀ ਡਿਸਟੋਰਸ਼ਨ ਹੀ ਰੋਕਣੀ ਆ ਤਾਂ ਨੈਸ਼ਨਲ ਲੈਵਲ ਤੇ ਵੀ ਰੋਕੋ। ਉਹਨਾਂ ਨੇ ਵੀ ਸਿਲੇਬਸ ਡਿਸਟੋਰਟ ਕੀਤੀ ਹੈ ਹਿਸਟਰੀ ਬਹੁਤ ਬੁਰੀ ਤਰ੍ਹਾਂ ਦੇ ਨਾਲ। तो क्वेश्चन तो है ਬਿਲਕੁਲ ਇਹ ਕੁਐਸਚਨ ਜਿਹੜਾ ਰਾਕੇਸ਼ ਆਨੰਦ ਜੀ ਉੱਠ ਕੇ ਖੜਾ ਹੁੰਦਾ ਹੈ SGPC ਦੇ ਉੱਤੇ, ਕਿਉਂਕਿ SGPC ਜੋ ਹੈ ਉਹ ਗਲੋਬਲ ਲੈਵਲ ਤੇ ਸਭ ਤੋਂ ਵੱਡੀ ਸਿੱਖ ਸੰਸਥਾ ਹੈ, ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਬਹੁਤ ਹੀ ਜ਼ਿਆਦਾ ਕਰੀਬੀ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ SGPC ਦੇ ਜੋ ਵੀ ਐਕਸ਼ਨਸ ਹੁੰਦੇ ਆ, SGPC ਦੀ ਜੋ ਵੀ ਕਾਰਵਾਈ ਹੁੰਦੀ ਹੈ ਸਿੱਖ ਧਰਮ ਨੂੰ ਲੈ ਕੇ, ਜੋ ਵੀ ਕੰਮ ਕਰਦੀ ਹੈ SGPC। ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਜੋ ਗੋਬਿੰਦ ਸਿੰਘ ਲੌਂਗੋਵਾਲ ਦਾ ਪੱਲਾ ਝਾੜ ਲੈਣਾ ਹੈ ਇਸ RSS ਦੇ ਮੁੱਦੇ ਤੋਂ ਕਿ RSS ਕਿਸ ਤਰੀਕੇ ਦੀ ਡਿਸਟੋਰਸ਼ਨ ਕਰ ਰਹੀ ਹੈ, ਕੀ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲ ਨਹੀਂ ਖੜਾ ਕਰ ਦਿੰਦਾ ਐਜ਼ ਅ ਸਿੱਖ ਲੀਡਰ, ਜਿਹੜੀ ਸਿੱਖ ਸੰਸਥਾ ਸਭ ਤੋਂ ਵੱਡੀ ਹੈ ਵਰਲਡ ਲੈਵਲ ਤੇ ਕੀ ਲੱਗਦਾ ਹੈ ਕਿ ਗਲੋਬਲ ਲੈਵਲ ਦੇ ਉੱਤੇ ਕੀ ਇੱਕ ਮੈਸੇਜ ਜਾਂਦਾ ਆ ਸਾਰੀ ਦੁਨੀਆ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ? ਜੇ ਅਸੀਂ ਗੋਬਿੰਦ ਸਿੰਘ ਲੌਂਗੋਵਾਲ ਦੀ ਗੱਲ ਕਰੀਏ ਤਾਂ ਜਦੋਂ ਇਹਨਾਂ ਨੂੰ ਇਹ ਅਹੁਦਾ ਮਿਲਦਾ ਆ, ਉਹਨਾਂ ਵੇਲਿਆਂ ਦੀਆਂ ਤੁਸੀਂ ਅਖਬਾਰਾਂ ਦਾ ਜੇ ਤੁਸੀਂ ਐਨਾਲਿਸਿਸ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਬਈ ਉਹਨਾਂ ਨੂੰ ਕਿਸ ਤਰੀਕੇ ਨਾਲ SGPC ਦੇ ਉੱਪਰ ਥੋਪਿਆ ਗਿਆ। ਬਹੁਤ ਵੱਡੇ ਪੱਧਰ ਤੇ ਬੁੱਧੀਜੀਵੀਆਂ ਨੇ, ਸਿੱਖ ਸੰਸਥਾ ਦੇ ਵਿੱਚ ਜਿਹੜੇ ਬੁੱਧੀਜੀਵੀ ਨੇ ਸਿੱਖ ਸਮਾਜ ਦੇ, ਉਹਨਾਂ ਵੱਲੋਂ ਵਿਰੋਧ ਵੀ ਹੋਇਆ ਔਰ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਗਏ, ਪਰ ਉਹ ਸਵਾਲਾਂ ਨੂੰ, ਉਹਨਾਂ ਸਾਰੇ ਚਰਚਾਵਾਂ ਨੂੰ ਇੱਕ ਲਾਂਭੇ ਰੱਖ ਕੇ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੂੰ SGPC ਦਾ ਪ੍ਰਧਾਨ ਥਾਪ ਦਿੱਤਾ ਗਿਆ। ਹੁਣ ਜਦੋਂ ਜੋ ਬੰਦਾ ਜਦੋਂ ਡਿਸਕਸ਼ਨ 'ਚੋਂ ਨਿਕਲਦੀ ਹੈ, ਡਿਸਕੋਰਸ 'ਚੋਂ ਗੱਲ ਨਿਕਲਦੀ ਆ ਵੀ ਉਹ ਬੰਦਾ ਜਿਹੜਾ ਆ ਐਕਚੁਅਲੀ ਉਸ ਪੋਸਟ ਦੇ, ਉਸ ਅਹੁਦੇ ਦੇ ਤੋਲ ਦਾ ਨਹੀਂ ਹੈਗਾ, ਸਮਤੋਲ ਦਾ ਨਹੀਂ ਹੈ, ਪਰ ਉਹਨੂੰ ਉਹ ਦਿੱਤਾ ਜਾਂਦਾ ਆ। ਉਹਦੇ ਲਈ ਕਈ ਤਰੀਕੇ ਨਾਲ ਨੀਤੀਆਂ ਘੜੀਆਂ ਜਾਂਦੀਆਂ, ਕਿਸ ਤਰੀਕੇ ਨਾਲ ਸਾਜ਼ਿਸ਼ਨ ਉਹਨਾਂ ਨੂੰ ਰੱਖਿਆ ਜਾਂਦਾ ਆ। ਉਹ ਕਿਸ ਤਰ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਉਹ ਅਹੁਦਾ ਦਿੱਤਾ ਆ, ਬਖਸ਼ਿਆ ਆ, ਉਹ ਕਿਸ ਤਰ੍ਹਾਂ ਉਹਨਾਂ ਦੇ ਖਿਲਾਫ ਜਾ ਸਕਣਗੇ। ਔਰ ਜਦੋਂ ਅਸੀਂ ਕਹਿੰਦੇ ਨਾ ਗਲੋਬਲ ਦੀ ਗੱਲ, ਤਾਂ ਸਪਨਾ ਜੀ ਇਹ ਹੁਣ ਪੂਰੀ ਗਲੋਬਲੀ ਇਹ ਗੱਲ ਚਿੱਟੇ ਸੱਚ ਵਾਂਗ ਨਿੱਤਰ ਚੁੱਕੀ ਹੈ ਵੀ ਜਿਹੜੀ SGPC ਹੈ ਉਹ ਇੱਕ ਆਜ਼ਾਦ ਸੰਸਥਾ ਨਹੀਂ ਰਹੀ। ਉਹਨਾਂ ਦੇ ਉੱਪਰ ਬਾਦਲ ਪਰਿਵਾਰ ਦਾ ਬੜੇ ਵੱਡੇ ਪੱਧਰ ਦੇ ਉੱਪਰ ਗਲਬਾ ਹੈ ਔਰ ਬਾਦਲ ਪਰਿਵਾਰ ਜਿਹੜਾ ਆ ਉਹ ਇੱਕ ਧਾਰਮਿਕ ਪਰਿਵਾਰ ਨਹੀਂ ਆ, ਉਹ ਇੱਕ ਪੋਲੀਟੀਕਲ ਪਰਿਵਾਰ ਆ, ਉਹ ਇੱਕ ਸਿਆਸੀ ਪਰਿਵਾਰ ਆ। ਔਰ ਸਿਆਸੀ ਬੰਦੇ ਦਾ ਕੰਮ ਸਿਆਸਤ ਖੇਡਣਾ ਹੁੰਦਾ ਆ, ਉਹਦਾ ਧਰਮ ਨਾਲ, ਉਹਦਾ ਸੁਸਾਇਟੀ ਨਾਲ, ਉਹਦਾ ਕਲਚਰ ਨਾਲ ਕੁਛ ਨਹੀਂ ਹੈ, ਉਹਦਾ ਕੋਈ ਸੰਬੰਧ ਨਹੀਂ ਹੈਗਾ। ਔਰ ਇਹ ਗਲੋਬਲੀ ਪਹੁੰਚ ਚੁੱਕੀ ਹੈ ਗੱਲ, ਬੜੇ ਵੱਡੇ ਪੱਧਰ ਤੇ ਨੀਚੇ ਤੱਕ, ਨਾਟ ਓਨਲੀ ਸਿੱਖ ਕਮਿਊਨਿਟੀ, ਪੰਜਾਬ ਦੇ ਪੰਜਾਬੀ ਜਿਹੜੇ ਸਿੱਖ ਨਹੀਂ ਆ ਪਰ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਉਹਨਾਂ ਵਿੱਚ ਵੀ ਇਹ ਗੱਲ ਪਹੁੰਚ ਚੁੱਕੀ ਹੈ। ਔਰ ਗਲੋਬਲੀ ਜਿਹੜੇ ਆਪਣਾ ਪੰਜਾਬੀ ਭਾਈਚਾਰਾ, ਮੈਂ ਸਿੱਖ ਦੀ ਗੱਲ ਦੇ ਨਾਲ ਪੰਜਾਬੀ ਵੀ ਆਪਾਂ ਬੋਲਾਂਗੇ, ਪੰਜਾਬੀ ਭਾਈਚਾਰਾ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਔਰ ਵਾਇਆ ਪੰਜਾਬੀ ਭਾਈਚਾਰਾ ਇਹ ਗੱਲ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਹੁਣ ਗੱਲ ਜਦੋਂ ਆਉਂਦੀ ਨਾ RSS ਦੀ, ਸਪਨਾ ਜੀ, RSS ਹਮੇਸ਼ਾ ਇਹ ਮੰਨਦਾ ਆ ਵੀ ਜਿਹੜੀ ਸਿੱਖ ਕੌਮ ਆ ਉਹ ਵੱਖਰੀ ਨਹੀਂ ਆ, ਸਿੱਖ ਹਿੰਦੂ ਧਰਮ ਦਾ ਹਿੱਸਾ ਹੈ। ਇਹ ਆਪਾਂ ਜੇ ਸਾਰੀਆਂ ਚਰਚਾਵਾਂ ਇੱਕ ਸਾਈਡ ਤੇ ਰੱਖ ਲਈਏ, ਸਾਰੀਆਂ ਕਨਸਟੀਟਿਊਸ਼ਨ ਦੇ ਵਿੱਚ ਵੀ ਸਟੇਟਡ ਹੈ ਨਾ, ਇੰਡੀਅਨ ਕਨਸਟੀਟਿਊਸ਼ਨ ਤੇ ਹੈ ਆ, ਉਹ ਸੰਵਿਧਾਨ ਕਹਿ ਰਿਹਾ ਗੱਲ। ਜਿਹੜੀ RSS ਕੀ ਕਹਿ ਰਹੀ ਆ, RSS ਮੰਨ ਰਹੀ ਆ ਬਈ ਜਿਹੜਾ ਸਿੱਖ ਆ ਉਹ ਹਿੰਦੂ ਹੀ ਆ, ਔਰ ਸਿੱਖ ਜਿਹੜੀ ਕਮਿਊਨਿਟੀ ਆ, ਅਕਾਲੀ ਦਲ ਹੈ, SGPC, ਇਹ ਜ਼ੋਰ ਦੇ ਕੇ ਕਹਿੰਦੇ ਨੇ ਵੀ ਨਹੀਂ, ਸਿੱਖ ਇੱਕ ਅਲੱਗ ਆਈਡੈਂਟੀਟੀ ਆ, ਇੱਕ ਵਿਲੱਖਣ ਕੌਮ ਆ, ਇਹ ਵੱਖਰੀ ਆ। ਇਹਦਾ ਮਤਲਬ RSS ਔਰ BJP ਤੋਂ ਜਿਹੜਾ ਅਕਾਲੀ ਦਲ ਹੈ, SGPC ਆ, ਮੂਲ ਰੂਪ 'ਚ ਵੱਖਰਾ ਆ, ਜਿਹੜਾ ਸਿਧਾਂਤਕ ਤੌਰ ਤੇ ਵੱਖਰਾ ਆ, ਪਰ ਪੋਲੀਟੀਕਲੀ ਜਿਹੜਾ ਸੁੱਖ ਲੈਣ ਲਈ ਇਹ ਉਹ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਇੱਕ ਕਰਕੇ ਇੱਕ ਲਾਂਭੇ ਰੱਖ ਕੇ ਉਹਦਾ ਫਾਇਦਾ ਲਿਆ ਜਾ ਰਿਹਾ। ਉਹ ਚਾਹੇ ਸੈਂਟਰ ਦੀ ਵਜ਼ਾਰਤ ਆ, ਚਾਹੇ ਪੰਜਾਬ ਦੀ ਵਜ਼ਾਰਤ ਆ, ਉਹਦਾ ਪੂਰਾ ਇੰਜੋਏ ਕੀਤਾ ਜਾ ਰਿਹਾ ਉਹਨੂੰ। ਤਾਂ ਇਹ ਚੱਲ ਰਿਹਾ ਆ ਔਰ ਇਹ ਬੱਚਾ ਜਾਣਦਾ ਇਹ ਗੱਲ ਨੂੰ। ਹੁਣ ਲੋਕ ਸਿਆਣੇ ਹੋ ਰਹੇ ਨੇ, ਲੋਕਾਂ ਤੱਕ ਇਹ ਗੱਲ ਪਹੁੰਚ ਰਹੀ ਹੈ। ਔਰ ਜਦੋਂ ਪੱਤਰਕਾਰ ਗੋਬਿੰਦ ਸਿੰਘ ਲੌਂਗੋਵਾਲ ਹੁਣਾਂ ਨੂੰ ਅੱਜ ਦੀ ਇਹ ਖਬਰ ਆ ਪੁੱਛਦੇ ਨੇ ਵੀ ਤੁਸੀਂ ਕਾਂਗਰਸ ਨੂੰ ਤਾਂ ਭੰਡ ਰਹੇ ਹੋ ਡਿਸਟੋਰਸ਼ਨ ਲਈ, ਇਹਦੇ RSS ਬਾਰੇ ਕੀ ਹੈ, ਤਾਂ ਉਹ ਕਿੰਨਾ ਹਾਸੋਹੀਣਾ ਗੱਲ ਕਹਿੰਦੇ RSS ਬਾਰੇ ਮੇਰਾ ਕੋਈ ਵਿਚਾਰ ਨਹੀਂ ਆ, ਮੈਂ ਕੁਛ ਨਹੀਂ ਕਹਿਣਾ। ਇਸ ਤੋਂ
ਜਿਹੜੀ ਧਰਮ ਦੇ ਵਿੱਚ ਦੇਸਾ ਅਕਾਲੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਵੱਲੋਂ,